ਤਰਸੇਮ ਸਿੰਘ ਭੰਗੂ ਦਾ ਨਾਵਲ ਫਰਸ਼ ਤੋਂ ਅਰਸ਼ ਤੱਕ ਦਾ 14ਵਾਂ ਕਾਂਡ। ਇੱਧਰ ਦਿੱਲੀ 'ਚ ਨਵੇਂ ਬਣੇ ਪਾਕਿਸਤਾਨ 'ਚ ਆਜ਼ਾਦੀ ਦੇ ਜਸ਼ਨਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ। ਦੂਜੇ ਪਾਸੇ ਪੰਜਾਬ ਬਰਬਾਦੀ ਦਾ ਮੰਜ਼ਰ ਪੇਸ਼ ਕਰ ਰਿਹਾ ਸੀ। ਉੱਧਰਲੇ ਪੰਜਾਬ ਤੋਂ ਉੱਜੜ ਕੇ ਆਏ ਹਿੰਦੂ ਸਿੱਖਾਂ ਦੀ ਦਰਦਨਾਕ ਹਾਲਤ ਵੇਖ ਕੇ ਸੰਵੇਦਨਸ਼ੀਲ ਲੋਕਾਂ ਦੇ ਦਿਲ ਕੰਬ ਰਹੇ ਸਨ। ਰਿਫਿਊਜੀ ਕੈਂਪਾਂ 'ਚ ਲੁੱਟੇ ਪੁੱਟੇ, ਥੱਕੇ ਟੁੱਟੇ, ਅੱਧਮੋਏ ਤੇ ਬਿਮਾਰ ਲੋਕ ਜ਼ਿੰਦਗੀ ਦੀ ਜੰਗ ਲੜ ਰਹੇ ਸਨ। ਉੱਧਰੋਂ ਉੱਜੜ ਕੇ ਆਏ ਕਈ ਪਰਿਵਾਰ ਮੁਸਲਮਾਨਾਂ ਦੇ ਛੱਡੇ ਹੋਏ ਤੇ ਅੱਧ ਸੜੇ ਘਰਾਂ 'ਚ ਸ਼ਰਨ ਲੈ ਰਹੇ ਸਨ। ਜੋ ਪਰਿਵਾਰ ਜਵਾਨ ਕੁੜੀਆਂ ਬਚਾ ਕੇ ਲਿਆਏ ਸਨ, ਉਹ ਆਪਣੇ ਵਾਕਫਕਾਰਾਂ ਤੇ ਰਿਸ਼ਤੇਦਾਰਾਂ ਜ਼ਰੀਏ ਵਿਆਹ ਦੀ ਉਮਰੋਂ ਪਹਿਲਾਂ ਵੀ ਤੇ ਵਿਆਹੁਣ ਯੋਗ ਹੋ ਚੁੱਕੀਆਂ ਬੱਚੀਆਂ ਦੇ ਰਿਸ਼ਤੇ ਲੋੜਵੰਦਾਂ ਨਾਲ ਗੁਰਦੁਆਰਿਆਂ ਤੇ ਮੰਦਰਾਂ 'ਚ ਫੇਰੇ ਦੇ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਵੀ ਹੋ ਰਹੇ ਸਨ। ਲੁਟੇਰੇ ਆਪਣੀ ਜਗ੍ਹਾ ਸਨ। ਦੋਵੇਂ ਪਾਸੇ ਕਾਫਲਿਆਂ ਦਾ ਆਉਣਾ ਜਾਣਾ ਜਾਰੀ ਸੀ। ਰੱਜੇ ਪੁੱਜੇ ਲੋਕ ਤਾਂ ਪਹਿਲਾਂ ਹੀ ਸੁਰੱਖਿਅਤ ਜਾ ਚੁੱਕੇ ਸਨ, ਪਰ ਗਰੀਬ ਲੋਕਾਂ ਪਾਸ ਕਾਫਲਿਆਂ ਨਾਲ ਜਾਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਉੱਤੋਂ ਸਿਤਮ ਜ਼ਰੀਫੀ ਇਹ ਕਿ ਰਾਤ ਬਰਾਤੇ ਜਾ ਰਹੇ ਕਾਫਲਿਆਂ ਦੀ ਵੀ ਰਾਹ 'ਚ ਲੁੱਟਮਾਰ ਕੀਤੀ ਜਾਂਦੀ ਸੀ। ਬਦਲੇ ਦੀ ਬੇਮੁਹਾਰੀ ਭਾਵਨਾ ਦੇ ਅਧੀਨ ਕਈ ਸਿਰ ਫਿਰੇ ਲੋਕ ਕਾਫਲਿਆਂ ਵਿੱਚੋਂ ਨੌਜਵਾਨ ਔਰਤਾਂ ਤੇ ਕੁੜੀਆਂ ਨੂੰ ਉਧਾਲ ਕੇ ਲਿਆ ਰਹੇ ਸਨ। ਕਈ ਮਨ ਚਲੇ ਸ਼ੌਕੀਆਈ ਜਾਂ ਵੇਖਾ ਵੇਖੀ ਇਸ ਘਿਨਾਉਣੇ ਕੰਮ ਵੱਲ ਰੁਚਿਤ ਹੋ ਰਹੇ ਸਨ। ਉਸ ਵਕਤ ਦੀ ਇੱਕ ਅਨੋਖੀ ਘਟਨਾ ਜੋ ਬਜ਼ੁਰਗ ਕਰਤਾਰ ਸਿੰਘ ਦੇ ਚੇਤਿਆਂ 'ਚ ਵਸੀ ਹੋਈ ਹੈ। ਖੱਡੀਆਂ ਦੇ ਕਾਰਖਾਨੇ 'ਚ ਉਹਦਾ ਦੋਸਤ ਬਣਿਆ ਸੁਖਦੇਵ ਸਿੰਘ ਉਰਫ ਸੁੱਖਾ ਤਾਰੀ ਤੋਂ 3-4 ਸਾਲ ਵੱਡਾ ਸੀ ਤੇ ਤਾਰੀ ਨਾਲ ਕੁੜੀਆਂ ਬਾਰੇ ਖੁੱਲ੍ਹੀਆਂ ਗੱਲਾਂ ਵੀ ਕਰ ਲੈਂਦਾ। ਉਹਦੇ ਪਿਤਾ ਸ਼ਿੰਗਾਰਾ ਸਿੰਘ ਨੇ ਨੂਰ ਦੀ ਅੱਡੇ ਨੇੜੇ ਆਪਣੇ ਘਰ ਵਿੱਚ ਹੀ ਖੱਡੀ ਲਾਈ ਹੋਈ ਸੀ। ਖੇਸ ਤੇ ਚਾਦਰਾਂ ਬੁਣਨ ਦਾ ਚੰਗਾ ਕੰਮ ਕਰਕੇ 4 ਪੈਸੇ ਕਮਾ ਲੈਂਦਾ ਸੀ। ਸੁੱਖੇ ਦੀ ਮਾਂ ਮਰੀ ਨੂੰ ਵੀ 10 ਸਾਲ ਹੋ ਚੁੱਕੇ ਸੀ। ਚੁੱਲ੍ਹੇ ਚੌਂਕੇ ਦਾ ਕੰਮ ਸ਼ਿੰਗਾਰਾ ਸਿੰਘ ਆਪ ਹੀ ਕਰਦਾ ਸੀ। ਸੁੱਖਾ ਗੱਭਰੂ ਹੋ ਰਿਹਾ ਸੀ। 50 ਸਾਲ ਦੀ ਉਮਰ 'ਚ ਸ਼ਿੰਗਾਰਾ ਸਿੰਘ ਦੂਜੇ ਵਿਆਹ ਦੀ ਆਸ ਲਾ ਚੁੱਕਾ ਸੀ। ਹੁਣ ਉਹ ਜਵਾਨ ਹੋ ਰਹੇ ਸੁੱਖੇ ਵੱਲ ਵੇਖਦਾ ਸੋਚਦਾ ਕਿ ਸੁੱਖੇ ਦਾ ਵਿਆਹ ਕਰਕੇ ਰੋਟੀ ਪੱਕਦੀ ਹੋ ਜਾਏਗੀ। ਪਰ ਵੱਢ ਟੁੱਕ ਤੇ ਲੁੱਟ ਮਾਰ ਕਰਕੇ ਕਾਫਲਿਆਂ 'ਚੋਂ ਉਧਾਲ ਕੇ ਲਿਆਂਦੀਆਂ ਔਰਤਾਂ ਬਾਰੇ ਜਾਣ ਕੇ ਉਹਦੇ ਮਨ 'ਚ ਵੀ ਹਲਚਲ ਹੋਣ ਲੱਗੀ। ਉਸ ਵੱਲੋਂ ਕਿਸੇ ਨਾਲ ਗੰਢ ਤੁੱਪ ਕਰਕੇ ਆਪਣਾ ਘਰ ਦੁਬਾਰਾ ਵਸਾਉਣ ਦੀ ਸੋਚ ਭਾਰੂ ਹੋਣ ਲੱਗੀ। ਸੁੱਖੇ ਦਾ ਕਾਰਜ 2-3 ਸਾਲ ਰੁਕ ਕੇ ਕਰਨ ਬਾਰੇ ਸੋਚਣ ਲੱਗਾ। ਇੰਝ ਇੱਕ ਦਿਨ ਰਾਤ ਨੂੰ ਜਾ ਰਹੇ ਕਾਫਲੇ ਦੀ ਸੂਹ ਮਿਲਣ ਤੇ ਇੱਕ ਸਥਾਨਕ ਬਦਮਾਸ਼ ਨਾਲ ਗੱਲ ਕਰਕੇ ਰਾਤ ਨੂੰ ਨੇੜਲੀ ਸੜਕ ਤੇ 2 ਧਾੜਵੀਆਂ ਨਾਲ ਤਿਆਰ ਹੋ ਕੇ ਉਹ ਨਿਸ਼ਚਿਤ ਥਾਂ ਤੇ ਪਹੁੰਚ ਗਿਆ। ਉਹਦੇ ਸਾਥੀਆਂ ਦੀ ਮਨਸ਼ਾ ਸਿਰਫ ਸਮਾਨ ਤੇ ਜੇਵਰਾਤ ਲੁੱਟਣ ਦੀ ਸੀ। ਉਹਨੇ ਸ਼ਿੰਗਾਰਾ ਸਿੰਘ ਨੂੰ ਕਿਹਾ, ਤੈਨੂੰ ਸਿਰਫ ਜਨਾਨੀ ਮਿਲੇਗੀ, ਲੁੱਟੇ ਮਾਲ 'ਚੋਂ ਹਿੱਸਾ ਨਹੀਂ ਮਿਲੇਗਾ। ਹਾਂ, ਜਨਾਨੀ ਚੁੱਕਣ 'ਚ ਉਹਦੀ ਜ਼ਰੂਰ ਮਦਦ ਕਰਨਗੇ ਤੇ ਜਨਾਨੀ ਸੰਭਾਲਣੀ ਉਹਦੀ ਖੁਦ ਦੀ ਜ਼ਿੰਮੇਵਾਰੀ ਹੋਏਗੀ। ਅੰਨਾ ਕੀ ਭਾਲੇ 2 ਅੱਖਾਂ। ਕਾਫਲਿਆਂ ਦੇ ਨਾਲ ਭਾਵੇਂ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹੁੰਦੇ ਸਨ, ਪਰ ਰਿਫਿਊਜੀਆਂ ਦੇ ਗੱਡਿਆਂ ਦੀ ਗਿਣਤੀ ਮੁਤਾਬਕ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ। ਇਹੀ ਕਾਰਨ ਸੀ ਕਿ ਕਾਫਲਿਆਂ 'ਤੇ ਹਮਲਾ ਕਰਨ ਵਾਲੇ ਲੁੱਟ ਮਾਰ ਕਰਕੇ ਜਾਂ ਔਰਤਾਂ ਚੁੱਕ ਕੇ ਆਸਾਨੀ ਨਾਲ ਹਨੇਰੇ 'ਚ ਗਾਇਬ ਹੋ ਜਾਂਦੇ ਸਨ। ਇਹ ਵਰਤਾਰਾ ਰੁਕਿਆ ਨਹੀਂ ਸੀ। ਸ਼ਿੰਗਾਰਾ ਸਿੰਘ ਦੇ ਸਾਥੀ ਤਜਰਬੇਕਾਰ ਬੰਦੇ ਸੀ। ਉਹ ਪਹਿਲਾਂ ਵੀ 2-3 ਵਾਰ ਲੁੱਟ ਮਾਰ ਕਰ ਚੁੱਕੇ ਸੀ, ਪਰ ਸ਼ਿੰਗਾਰਾ ਸਿੰਘ ਦਾ ਇੱਕੋ ਇੱਕ ਮਕਸਦ ਕੋਈ ਜਨਾਨੀ ਉਧਾਲ ਕੇ ਆਪਣਾ ਘਰ ਵਸਾਉਣਾ ਸੀ। ਸੋ ਉਹਨਾਂ ਦੀ ਅਗਵਾਈ 'ਚ, ਉਹਨਾਂ ਦੀ ਮਦਦ ਨਾਲ ਇੱਕ ਔਰਤ ਉਧਾਲਣ 'ਚ ਕਾਮਯਾਬ ਹੋ ਗਿਆ। ਉਹ ਦੋਵੇਂ ਲੁੱਟ ਦਾ ਸਮਾਨ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਸ਼ਿੰਗਾਰਾ ਸਿੰਘ ਇੱਕ ਜੇਤੂ ਵਾਂਗ ਜਨਾਨੀ ਚੁੱਕੀ ਆਪਣੇ ਘਰ ਪਹੁੰਚ ਗਿਆ। ਉਧਾਲੀ ਹੋਈ ਔਰਤ ਡਰ ਨਾਲ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ, ਜੋ ਇੱਕ ਤਰ੍ਹਾਂ ਅੱਧਮੋਈ ਹੀ ਲੱਗ ਰਹੀ ਸੀ। ਸ਼ਿੰਗਾਰਾ ਸਿੰਘ ਨੇ ਉਹਨੂੰ ਵਿਹੜੇ 'ਚ ਪਈ ਮੰਜੀ 'ਤੇ ਲਟਾ ਦਿੱਤਾ। ਉਹਦੀ ਸ਼ਕਲ ਸੂਰਤ ਬਾਰੇ ਉਹਨੂੰ ਕੁਝ ਪਤਾ ਨਹੀਂ ਸੀ। ਉਹਦੇ ਵਜ਼ਨ ਤੋਂ ਉਹਨੂੰ ਅੰਦਾਜ਼ਾ ਹੋ ਗਿਆ ਸੀ ਉਹ ਕੋਈ ਛੋਟੀ ਉਮਰ ਦੀ ਜਵਾਨ ਕੁੜੀ ਹੈ, ਕਿਉਂਕਿ ਸਾਰਾ ਰਸਤਾ ਉਹਨੂੰ ਉਹ ਆਪਣੇ ਮੋਢਿਆਂ 'ਤੇ ਚੁੱਕ ਕੇ ਲਿਆਇਆ ਸੀ। ਗਲ ਘੁੱਟਣ ਦਾ ਡਰਾਵਾ ਦੇ ਕੇ ਸ਼ਿੰਗਾਰਾ ਸਿੰਘ ਨੇ ਉਹਦਾ ਰੋਣਾ ਕੁਰਲਾਉਣਾ ਬੰਦ ਕਰਤਾ ਸੀ। ਬਿਨ ਪਾਣੀ ਤੜਫਦੀ ਮੱਛੀ ਵਾਂਗੂ ਆਖਰ ਨਿਢਾਲ ਹੋ ਗਈ। ਰਾਤ ਦਾ ਦੂਜਾ ਪਹਿਰ ਹੋਏਗਾ। ਦੂਜੀ ਮੰਜੀ 'ਤੇ ਪਏ ਸੁੱਖੇ ਦੀ ਨੇੜਲੀ ਮੰਜੀ ਦੇ ਜਰਕਣ ਨਾਲ ਅੱਖ ਖੁੱਲ੍ਹ ਗਈ। ਉਹਦਾ ਪਿਤਾ ਇੰਝ ਲੱਗਦਾ ਸੀ ਜਿਵੇਂ ਕਿਸੇ ਜਨਾਨੀ ਨੂੰ ਮੂੰਹ 'ਤੇ ਪੋਲੇ-ਪੋਲੇ ਹੱਥ ਮਾਰ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਸੁੱਖੇ ਨੇ ਵਰਾਂਡੇ 'ਚ ਜਗਦੇ ਬਲਬ ਦੀ ਰੌਸ਼ਨੀ 'ਚ ਜਦੋਂ ਜਨਾਨੀ ਦੇ ਸਮੁੱਚੇ ਸਰੀਰ ਤੇ ਚਿਹਰੇ ਨੂੰ ਗੌਰ ਨਾਲ ਵੇਖਿਆ ਤਾਂ ਉਹਨੂੰ ਉਹ ਇੱਕ ਅਤ ਖੂਬਸੂਰਤ ਤੇ ਜਵਾਨ ਕੁੜੀ ਨਜ਼ਰ ਆਈ। ਸੁੱਖੇ ਦੇ ਸਰੀਰ 'ਚ ਇੱਕਦਮ ਜਵਾਨ ਤਰੰਗ ਦੌੜ ਪਈ। ਉਹ ਸੁੱਖੇ ਉੱਠ ਕੇ ਪਾਣੀ ਲਿਆ ਘੜੇ 'ਚੋਂ। ਸ਼ਿੰਗਾਰਾ ਸਿੰਘ ਨੇ ਉਵੇਂ ਹੀ ਕੁੜੀ ਨੂੰ ਹਿਲਾਉਂਦਿਆਂ ਦੱਬਵੀਂ ਜਿਹੀ ਆਵਾਜ਼ ਮਾਰੀ। ਸੁੱਖਾ ਜਲਦੀ ਨਾਲ ਉੱਠ ਕੇ ਘੜੇ ਵਾਲਾ ਉਹ ਲਿਆ, ਫੁਰਤੀ ਨਾਲ ਪਾਣੀ ਦਾ ਕੌਲਾ ਲੈ ਆਇਆ। ਜਦੋਂ ਪਾਣੀ ਦੇ ਛਿੱਟੇ ਮਾਰਨ 'ਤੇ ਵੀ ਕੁੜੀ ਅਹਿਲ ਪਈ ਰਹੀ, ਸ਼ਿੰਗਾਰਾ ਸਿੰਘ ਹਰਫਲਿਆਂ ਵਾਂਗ ਸੁੱਖੇ ਨੂੰ ਮੁਖਾਤਿਬ ਹੋਇਆ, ਤੂੰ ਇਹਦਾ ਖਿਆਲ ਰੱਖ, ਮੈਂ ਤੇਰੀ ਭੂਆ ਨੂੰ ਬੁਲਾ ਕੇ ਲਿਆਉਣਾ।
ਤੇ ਸ਼ਿੰਗਾਰਾ ਸਿੰਘ ਬਿਨਾਂ ਦੇਰੀ ਕੀਤੇ ਕੁੜੀ ਦੀ ਜ਼ਿੰਮੇਵਾਰੀ ਸੁੱਖੇ ਨੂੰ ਸੌਂਪ ਕੇ ਨਾਲ ਦੇ ਮਹੱਲੇ 'ਚ ਰਹਿੰਦੀ ਆਪਣੀ ਵੱਡੀ ਭੈਣ ਪਰਸੀਨੀ ਦੇ ਘਰ ਨੂੰ ਦੌੜ ਗਿਆ। ਭਾਪੇ ਦੇ ਜਾਣ ਤੋਂ ਬਾਅਦ ਸੁੱਖੇ ਨੇ ਨਿਢਾਲ ਪਈ ਕੁੜੀ ਵੱਲ ਕਿਸੇ ਅੰਤਰੀ ਵੀ ਰੀਝ ਨਾਲ ਤੱਕਿਆ। ਉਹਦਾ ਮਾਸੂਮ ਚਿਹਰਾ ਸੁੱਖੇ ਨੂੰ ਬਹੁਤ ਪਿਆਰਾ ਲੱਗਿਆ। ਸੁੱਖਾ ਇਹ ਤਾਂ ਸਮਝ ਗਿਆ ਸੀ ਵੀ ਇਹ ਕੁੜੀ ਭਾਪੇ ਨੇ ਜ਼ਰੂਰ ਆਪਣਾ ਦੁਬਾਰਾ ਵਿਆਹ ਕਰਨ ਲਈ ਉਧਾਲੀ ਹੋਏਗੀ, ਕਿਉਂਕਿ ਅਜੇ ਕਈ ਕਿੱਸੇ ਉਹਨੇ ਸੁਣੇ ਸੀ। ਪਰ ਆਪਣਾ ਹਾਣ ਪ੍ਰਵਾਨ ਵੇਖ ਕੇ ਭਾਪੇ ਨਾਲ ਇਹਦਾ ਵਿਆਹ ਹੋਣਾ ਉਹਨੂੰ ਕੁੜੀ ਨਾਲ ਧੱਕਾ ਲੱਗਾ। ਕੀ ਪਤਾ ਭਾਪਾ ਮੇਰੇ ਲਈ ਲਿਆਇਆ ਹੋਵੇ। ਇਹ ਸੋਚ ਕੇ ਇੱਕ ਵਾਰ ਫੇਰ ਰੋਮਾਂਚ ਨਾਲ ਭਰ ਗਿਆ। ਚਲੋ ਭਾਪੇ ਦੀ ਵਹੁਟੀ ਨਾ ਸੀ, ਨੂੰਹ ਹੀ ਸੀ। ਸਵਾਲ ਤਾਂ ਘਰ ਵਸਾਉਣ ਦਾ ਹੀ ਸੀ ਜੋ ਹੁਣ ਵਸ ਜਾਏਗਾ। ਭਾਪੇ ਨੂੰ ਹੁਣ ਚੁੱਲ੍ਹੇ ਚੌਂਕੇ ਦੇ ਕੰਮ 'ਚ ਹੱਥ ਨਹੀਂ ਲਾਉਣੇ ਪੈਣਗੇ। ਨੂੰਹ ਦੀਆਂ ਪੱਕੀਆਂ ਖਾਏਗਾ ਤਾਂ ਚੌਂਕੇ 'ਚ ਬੁਝੀ ਅੱਗ ਨੂੰ ਫੂਕਾਂ ਮਾਰਦਿਆਂ ਇਹ ਕਹਿਣੋਂ ਹਟ ਜਾਏਗਾ, ਇਹ ਸਿਆਪਾ ਪਤਾ ਨਹੀਂ ਕਦੋਂ ਗਲੋਂ ਲੱਥੂ। ਸੁੱਖੇ ਨੇ ਭਾਪੇ ਤੋਂ ਮਗਰੋਂ ਸੋਚਦਿਆਂ ਇੱਕ ਵਾਰ ਫੇਰ ਕੁੜੀ ਦੇ ਮੂੰਹ 'ਤੇ ਪਾਣੀ ਦਾ ਛਿੱਟਾ ਮਾਰਿਆ। ਦੁਬਾਰਾ ਠੰਡਾ ਪਾਣੀ ਮੂੰਹ 'ਤੇ ਪੈਣ ਨਾਲ ਕੁੜੀ ਨੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹੀਆਂ, ਫਿਰ ਬੰਦ ਕਰ ਲਈਆਂ। ਸੁੱਖੇ ਨੂੰ ਸਮਝ ਨਹੀਂ ਪੈ ਰਹੀ ਸੀ ਉਹ ਕੀ ਕਰੇ। ਉਸੇ ਵੇਲੇ ਉਹਨੂੰ ਕੁੜੀ ਦੀ ਹਾਲਤ 'ਤੇ ਡਾਢਾ ਤਰਸ ਆ ਗਿਆ। ਡਰ ਵੀ ਲੱਗ ਰਿਹਾ ਸੀ ਵੀ ਇੰਨੇ ਨੂੰ ਸ਼ਿੰਗਾਰਾ ਸਿੰਘ ਨੇ ਭੈਣ ਤੇ ਭਾਈਏ ਸਮੇਤ ਕਾਹਲੀ ਕਾਹਲੀ ਅੰਦਰ ਹੋ ਕੇ ਬਾਹਰਲੇ ਬੂਹੇ ਦੀ ਅੰਦਰਲੀ ਕੁੰਡੀ ਅੜਾ ਦਿੱਤੀ। ਚੰਗੀ ਗੱਲ ਇਹ ਹੋਈ ਕਿ ਸਾਰੀ ਘਟਨਾ ਕਰਮ ਦੀ ਰਾਤ ਹੋਣ ਕਰਕੇ ਕਿਸੇ ਨੂੰ ਭਿਣਕ ਤੱਕ ਨਾ ਪਈ। ਸ਼ਿੰਗਾਰਾ ਸਿੰਘ ਦਾ ਭਾਈਆ ਸੇਵਾ ਸਿੰਘ ਸਾਧੂ ਸੁਭਾਅ ਦਾ ਬੰਦਾ ਸੀ, ਪਰ ਭੈਣ ਪਰਸੀਨੀ ਬੜੀ ਧੜੱਲੇਦਾਰ ਤੇ ਬਾ ਅਸੂਲ ਔਰਤ ਸੀ। ਉਹ ਆਉਂਦਿਆਂ ਹੀ ਕੁੜੀ ਦੀ ਹਾਲਤ ਵੇਖ ਕੇ ਬੋਲੀ, ਭਰਾ ਸ਼ਿੰਗਾਰਿਆ, ਇਹ ਤੂੰ ਚੰਗਾ ਕੰਮ ਨਹੀਂ ਕੀਤਾ। ਪਰਸੀਨੀ ਨੇ ਭਰਾ ਨੂੰ ਘੂਰਨ ਤੋਂ ਬਾਅਦ ਮੰਜੀ 'ਤੇ ਬੈਠਦੀ ਨੇ ਸੁੱਖੇ ਨੂੰ ਪੱਖੀ ਲਿਆਉਣ ਲਈ ਕਿਹਾ। ਪਰਸੀਨੀ ਨੇ ਬੇਹੋਸ਼ ਕੁੜੀ ਦਾ ਸਿਰ ਆਪਣੇ ਗੋਡੇ 'ਤੇ ਰੱਖ ਲਿਆ। ਸੁੱਖੇ ਕੋਲੋਂ ਪੱਖੀ ਫੜ ਕੇ ਝੱਲਣ ਲੱਗੀ। ਹੁਮਸ ਵਿੱਚ ਗਿੱਲੇ ਮੂੰਹ 'ਤੇ ਹਵਾ ਵੱਜਣ ਨਾਲ ਕੁੜੀ ਨੇ ਅੱਖਾਂ ਖੋਲ੍ਹ ਲਈਆਂ। ਜਦੋਂ ਪਰਸੀਨੀ ਨੇ ਮਾਤਰੀ ਮੂੰਹ ਨਾਲ ਕੁੜੀ ਦੇ ਚਿਹਰੇ 'ਤੇ ਹੱਥ ਫੇਰਿਆ ਤਾਂ ਖੌਫਨਾਕ ਲੁਟੇਰਿਆਂ ਦੀ ਜਗ੍ਹਾ ਇੱਕ ਔਰਤ ਨੂੰ ਵੇਖ ਕੇ ਕੁੜੀ ਦੀਆਂ ਅੱਖਾਂ ਪਰਲ ਪਰਲ ਵਗਣ ਲੱਗ ਪਈਆਂ। ਕੁੜੀ ਹਟਕੋਰੇ ਲੈਂਦੀ ਬੋਲੀ, ਅੱਲਾ ਦੇ ਵਾਸਤੇ ਮੈਨੂੰ ਛੱਡ ਦਿਓ। ਡਰ ਨਾ ਧੀਏ, ਤੈਨੂੰ ਮੇਰੇ ਹੁੰਦਿਆਂ ਕੋਈ ਕੁਛ ਨਹੀਂ ਕਹਿੰਦਾ। ਪਰਸੀਨੀ ਨੇ ਕੁੜੀ ਨੂੰ ਦਿਲਾਸਾ ਦਿੰਦਿਆਂ ਆਪਣੇ ਨਾਲ ਘੁੱਟ ਲਿਆ। ਕੁੜੀ ਨੇ ਫਫਕ ਕੇ ਪਰਸੀਨੇ ਨੂੰ ਇੰਜ ਘੁੱਟ ਲਿਆ ਜਿਵੇਂ ਚਿਰਾਂ ਤੋਂ ਵਿਛੜੀ ਧੀ ਮਾਂ ਨੂੰ ਮਿਲੀ ਹੋਵੇ। ਅਚਾਨਕ ਦਹਿਸ਼ਤ ਦੇ ਮਾਹੌਲ 'ਚ ਫਰਿਸ਼ਤੇ ਵਾਂਗ ਪ੍ਰਗਟ ਹੋਈ ਔਰਤ ਵੇਖ ਕੇ ਕੁੜੀ ਨੂੰ ਕੁਝ ਹੌਸਲਾ ਹੋ ਗਿਆ। ਉੱਠ ਕੇ ਨੀਵੀਂ ਪਾ ਕੇ ਬੈਠ ਗਈ। ਪਰਸੀਨੀ ਕਹਿਣਾ ਤਾਂ ਬੜਾ ਕੁਝ ਚਾਹੁੰਦੀ ਸੀ, ਪਰ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਉਹਨੇ ਹੋਰ ਕੁਝ ਕਹਿਣਾ ਮੁਨਾਸਬ ਨਾ ਸਮਝਿਆ। ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਹਨੇ ਫਿਲਹਾਲ ਮੌਕੇ ਨੂੰ ਸੰਭਾਲਣ ਵਾਸਤੇ ਆਪਣਾ ਫੈਸਲਾ ਸੁਣਾ ਦਿੱਤਾ। ਇਹ ਕੁੜੀ ਰਾਤ ਇੱਥੇ ਨਹੀਂ ਸੌਂਏਗੀ, ਇਹਨੂੰ ਮੈਂ ਆਪਣੇ ਨਾਲ ਲੈ ਜਾਂਦੀ ਹਾਂ। ਤੁਸੀਂ ਪਿਓ ਪੁੱਤ ਹੁਣ ਸੌਂ ਜਾਓ, ਬਾਕੀ ਗੱਲਾਂ ਸਵੇਰੇ ਕਰਾਂਗੇ। ਛੋਟਾ ਹੋਣ ਕਰਕੇ ਸ਼ਿੰਗਾਰਾ ਭੈਣ ਅੱਗੇ ਪਹਿਲਾਂ ਵੀ ਕਦੀ ਨਹੀਂ ਉਭਾਸ ਰਿਹਾ ਸੀ ਤੇ ਹੁਣ ਵੀ ਉਹਨੇ ਚੁੱਪ ਰਹਿਣਾ ਹੀ ਮੁਨਾਸਬ ਸਮਝਿਆ। ਪਰਸੀਨੀ ਨੇ ਕੁੜੀ ਨੂੰ ਦਿਲਾਸੇ ਵਜੋਂ ਫਿਰ ਪਿਆਰ ਨਾਲ ਉਹਦੇ ਸਿਰ 'ਤੇ ਹੱਥ ਫੇਰਿਆ, ਉਹਦਾ ਮੱਥਾ ਚੁੰਮਿਆ। ਕਿਸੇ ਵੇਗ 'ਚ ਕੁੜੀ ਪਰਸੀਨੀ ਦੇ ਗਲ ਲੱਗ ਇੰਝ ਹਟਕੋਰੇ ਲੈਣ ਲੱਗੀ ਜਿਵੇਂ ਕੋਈ ਧੀ ਡੋਲੀ ਬੈਠਣ ਤੋਂ ਪਹਿਲਾਂ ਮਾਂ ਦੇ ਗਲ ਲੱਗਦੀ ਹੈ। ਉੱਠਣ ਦੀ ਤਾਕਤ ਕੁੜੀ ਦੇ ਸਰੀਰ 'ਚ ਨਹੀਂ ਜਾਪ ਰਹੀ ਸੀ। ਪਰਸੀਨੀ ਨੇ ਉਹਨੂੰ ਆਸਰਾ ਦੇ ਕੇ ਉਠਾਇਆ ਤੇ ਬਾਹ ਹਿਫਾਜ਼ਤ ਆਪਣੇ ਘਰ ਵੱਲ ਲੈ ਤੁਰੀ। ਗਲੀ 'ਚ ਨਾਲ ਲੱਗੀ ਤੁਰੀ ਆਉਂਦੀ ਕੁੜੀ ਨੇ ਆਪਣਾ ਨਾਂ ਨੂਰਾਂ ਦੱਸਿਆ। ਘਰ ਪਹੁੰਚ ਕੇ ਸਭ ਤੋਂ ਪਹਿਲਾਂ ਨੂਰਾਂ ਦਾ ਹੱਥ ਮੂੰਹ ਧੁਆਇਆ ਗਿਆ। ਫਿਰ ਘੜੇ 'ਚੋਂ ਠੰਡਾ ਪਾਣੀ ਲੈ ਕੇ ਪਰਸੀਨੀ ਨੇ ਸਵੇਰ ਦੀ ਚਾਹ ਲਈ ਟੰਗੇ ਡੋਲੂ 'ਚੋਂ ਕੱਚਾ ਦੁੱਧ ਪਾ ਕੇ ਕੱਚੀ ਲੱਸੀ ਬਣਾਈ। ਪੀੜ੍ਹੀ 'ਤੇ ਬੈਠ ਨੂਰਾਂ ਹੌਲੀ ਹੌਲੀ ਲੱਸੀ ਦੇ 2 ਗਲਾਸ ਪੀ ਗਈ। ਲੱਸੀ ਨੇ ਉਹਦੇ ਸਰੀਰ 'ਚ ਸ਼ਕਤੀ ਦਾ ਇੰਨਾ ਕੁ ਸੰਚਾਰ ਕੀਤਾ, ਉਹਦੇ ਚਿਹਰੇ 'ਤੇ ਛਾਈ ਮੁਰਦੇ ਹਾਣੀ ਦੀ ਜਗ੍ਹਾ ਜਿਵੇਂ ਜੀਵਨ ਰੇਖਾ ਉੱਭਰ ਆਈ ਹੋਵੇ। ਪਰਸੀਨੀ ਨੇ ਉਸ ਨਾਲ ਹੌਲੀ ਹੌਲੀ ਗੱਲਾਂ ਕਰਦਿਆਂ ਉਹਦੇ ਮਾਪਿਆਂ ਬਾਰੇ ਪੁੱਛਿਆ, ਨਾਲ ਹੀ ਸਮਝਾਇਆ ਕਿ ਜੋ ਕੁਝ ਵੀ ਹੋ ਚੁੱਕਾ ਹੈ ਉਹਨੂੰ ਹਾਲ ਦੀ ਘੜੀ ਭੁੱਲ ਜਾਏ, ਹੋਰ ਕੋਈ ਚਾਰਾ ਵੀ ਨਹੀਂ। ਇੱਕ ਔਰਤ ਨਾਤੇ ਮੇਰੇ 'ਤੇ ਯਕੀਨ ਕਰ ਕਿ ਤੂੰ ਇੱਥੇ ਬਿਲਕੁਲ ਮਹਿਫੂਜ਼ ਹੈ। ਪਰਸੀਨੀ ਨੇ ਨੂਰਾਂ ਨੂੰ ਰੋਟੀ ਖਵਾਉਣ ਵਾਸਤੇ ਕਾਫੀ ਤਰਲੇ ਕੀਤੇ, ਪਰ ਇਸ ਵੇਲੇ ਰੋਟੀ ਨੂੰ ਨੂਰਾਂ ਦੀ ਵੱਡੀ ਰੂਹ ਨਹੀਂ ਸੀ ਕਰਦੀ। ਆਪਣੀ ਮਾਂ ਤੇ ਅੱਬਾ ਦੀਆਂ ਬਚਾਓ ਬਚਾਓ ਦੀਆਂ ਆਵਾਜ਼ਾਂ ਉਹਦੇ ਜ਼ਹਿਨ 'ਚ ਗੂੰਜ ਰਹੀਆਂ ਸੀ। ਪਰਸੀਨੀ ਨੇ ਸਾਫ਼ ਅਸਮਾਨ ਵੱਲ ਝਾਤੀ ਮਾਰੀ। ਸਰਵਣ ਦੀ ਵਹਿੰਗੀ ਤੇ ਖਿੱਤੀਆਂ ਸਿਰ ਉੱਪਰ ਹੋਣਾ ਅੱਧੀ ਰਾਤ ਹੋਣ ਦਾ ਸੰਕੇਤ ਸੀ। ਪਰਸੀਨੀ ਨੇ ਨੂਰਾਂ ਵਿਹੜੇ 'ਚ ਡੱਠੀਆਂ ਮੰਜੀਆਂ 'ਤੇ ਪੈ ਗਈਆਂ। ਸੇਵਾ ਸਿੰਘ ਸੌਣ ਵਾਸਤੇ ਉੱਪਰ ਛੱਤ 'ਤੇ ਚਲਾ ਗਿਆ। ਨੂਰਾਂ ਦੇ ਸਰੀਰ ਤੇ ਮਨ ਦੋਵਾਂ ਨੂੰ ਆਰਾਮ ਦੀ ਲੋੜ ਸੀ। ਇੱਥੋਂ ਭੱਜ ਕੇ ਜਾਣਾ ਸ਼ੇਰ ਦੇ ਮੂੰਹ 'ਚੋਂ ਨਿਕਲ ਕੇ ਬਘਿਆੜ ਦੇ ਮੂੰਹ 'ਚ ਪੈਣ ਵਾਲੀ ਗੱਲ ਸੀ। ਠੰਡੀ ਠੰਡੀ ਹਵਾ ਵੀ ਰੁਮਕਣ ਲੱਗ ਪਈ। ਹੁਮਸ ਤੋਂ ਕੁਝ ਰਾਹਤ ਮਿਲਣ ਕਰਕੇ ਜਲਦੀ ਦੋਵਾਂ ਦੀ ਅੱਖ ਲੱਗ ਗਈ। ਕੁਝ ਸਮੇਂ ਬਾਅਦ ਹੜਬੜਾ ਕੇ ਪਰਸੀਨੀ ਦੀ ਅੱਖ ਖੁੱਲ੍ਹ ਗਈ। ਉਹਦਾ ਧਿਆਨ ਨੂਰਾਂ ਦੇ ਮੰਜੇ 'ਤੇ ਪਿਆ ਉਹਨੂੰ ਬੇਫਿਕਰ ਸੁੱਤੀ ਪਈ ਵੇਖ ਕੇ ਉਹਨੂੰ ਕੁਝ ਰਾਹਤ ਹੋਈ। ਦੁਬਾਰਾ ਪਰਸੀਨੀ ਨੂੰ ਨੀਂਦ ਨਹੀਂ ਆਈ। ਉਹਨੂੰ ਭਰਾ ਵੱਲੋਂ ਕੀਤੇ ਕਾਰੇ 'ਤੇ ਗੁੱਸਾ ਆ ਰਿਹਾ ਸੀ। ਭਰਾ ਦੀ ਉਮਰ, ਸੁੱਖੇ ਦਾ ਵਿਆਹ, ਨੂਰਾਂ ਦੀ ਬੇਬਸੀ,
ਤੇ ਮਹੱਲੇ 'ਚ ਹੋਣ ਵਾਲੀ ਬੇਇੱਜ਼ਤੀ ਉਹ ਬੜਾ ਕੁਝ ਸੋਚ ਗਈ। ਸਵੇਰੇ ਤੜਕੇ ਉੱਠ ਕੇ ਪ੍ਰਸੀਨੀ ਨੇ ਸਭ ਤੋਂ ਪਹਿਲਾਂ ਜਲਦੀ ਆਪਣੀ ਵਿਆਹੀ ਜਾ ਚੁੱਕੀ ਧੀ ਦੇ ਕੱਪੜਿਆਂ ਦੀ ਫੋਲਾ-ਫਾਲੀ ਕਰਕੇ ਨੂਰਾਂ ਵਾਸਤੇ 2-3 ਚੰਗੇ ਜਿਹੇ ਸੂਟ ਕੱਢੇ। ਨੂਰਾਂ ਵੀ ਜਾਗ ਪਈ ਸੀ। ਪ੍ਰਸੀਨੀ ਨੇ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਗੁਸਲਖਾਨੇ 'ਚ ਰੱਖਤੀ। ਇੱਕ ਸੂਟ ਦੇ ਕੇ ਨੂਰਾਂ ਨੂੰ ਇਸ਼ਨਾਨ ਕਰਕੇ ਪਾਉਣ ਲਈ ਕਿਹਾ। ਕੁਝ ਸਮੇਂ 'ਚ ਨਹਾ ਧੋ ਕੇ ਨੂਰਾਂ ਨਵਾਂ ਸੂਟ ਪਾ ਕੇ ਜਦੋਂ ਕੰਘੀ ਵਾਹ ਕੇ ਪੀੜੀ 'ਤੇ ਬੈਠੀ, ਪ੍ਰਸੀਨੀ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਨੂਰਾਂ ਦੀ ਥਾਂ ਉਹਦੀ ਵਿਆਹੀ ਜਾ ਚੁੱਕੀ ਧੀ ਲਾਜੋ ਬਿਲਕੁਲ ਉਹਦੇ ਸਾਹਮਣੇ ਬੈਠੀ ਹੋਵੇ। ਉਹਨੇ ਜਾ ਕੇ ਨੂਰਾਂ ਨੂੰ ਘੁੱਟ ਕੇ ਜੱਫੀ ਪਾ ਲਈ। ਸੇਵਾ ਸਿੰਘ ਵੀ ਛੱਤ ਤੋਂ ਉਤਰਦਾ ਇਹ ਦ੍ਰਿਸ਼ ਵੇਖ ਕੇ ਭਾਵੁਕ ਹੋ ਗਿਆ। ਨੂਰਾਂ ਵੀ ਹੁਣ ਆਪਣੇ ਆਪ ਨੂੰ ਕੁਝ ਹੱਦ ਤੱਕ ਚਿੰਤਾ ਮੁਕਤ ਮਹਿਸੂਸ ਕਰ ਰਹੀ ਸੀ। ਰਹਿੰਦੀ ਕਸਰ ਪ੍ਰਸੀਨੀ ਨੇ ਨੂਰਾਂ ਨੂੰ ਸਮਝਾਉਂਦਿਆਂ ਪੂਰੀ ਕਰਤੀ। ਵੇਖਦੀ ਏ ਤੇਰੇ ਮਾਪੇ ਤਾਂ ਹੁਣ ਪਤਾ ਨਹੀਂ ਕਿੱਥੇ ਤੇ ਕਿਸ ਹਾਲਤ 'ਚ ਹੋਣਗੇ। ਹਾਲ ਦੀ ਘੜੀ ਤੂੰ ਸਾਨੂੰ ਹੀ ਆਪਣੇ ਮਾਪੇ ਸਮਝ ਲੈ। ਨੂਰਾਂ ਨੂੰ ਆਪਣੀ ਮਾਂ ਤੋਂ ਬਾਅਦ ਔਖੇ ਵੇਲੇ ਇਸ ਅਜਨਬੀ ਔਰਤ 'ਚੋਂ ਇੱਕ ਮਾਂ ਨਜ਼ਰੀ ਪਈ। ਸੇਵਾ ਸਿੰਘ ਤੇ ਪ੍ਰਸੀਨੀ ਦੇ ਕਿਆਸ ਅਨੁਸਾਰ ਅਗਲੇ ਦਿਨ ਸ਼ਿੰਗਾਰਾ ਸਿੰਘ ਮੂੰਹ ਮੱਥਾ ਸਵਾਰ ਕੇ ਕੋਈ 9-9:30 ਵਜੇ ਭੈਣ ਦੇ ਘਰ ਪਹੁੰਚ ਗਿਆ। ਸਤਿ ਸ਼੍ਰੀ ਅਕਾਲ ਆਖਦੇ ਭਰਾ ਨੂੰ ਵੇਖ ਕੇ ਪ੍ਰਸੀਨੀ ਉਹਦੀ ਦਿਲੀ ਮਨਸ਼ਾ ਭਲੀ ਭਾਂਤ ਸਮਝ ਗਈ। ਭਰਾ ਦੀ ਦਾੜੀ 'ਚੋਂ ਉਤਰੇ ਧੌਲੇ ਗਾਇਬ ਸਨ। ਨਵੇਂ ਕੁੜਤੇ ਪਜਾਮੇ ਨਾਲ ਗੁਲਾਨਾਰੀ ਪੱਗ ਬੰਨ੍ਹ ਕੇ ਅੱਖਾਂ ਭਰ ਕੇ ਪਾਏ ਸੁਰਮੇ ਤੋਂ ਤਾਂ ਇੰਝ ਜਾਪਦਾ ਸੀ ਜਿਵੇਂ ਮੁਕਲਾਵਾ ਲੈਣ ਆਇਆ ਹੋਵੇ। ਭਾਵੇਂ ਨੂਰਾਂ ਨਾਲ ਸ਼ਿੰਗਾਰਾ ਸਿੰਘ ਦੀਆਂ ਅੱਖਾਂ ਪਲ ਦੀ ਪਲ ਮਿਲੀਆਂ, ਪਰ ਨੂਰਾਂ 'ਤੇ ਇਹਦਾ ਕੋਈ ਪ੍ਰਤੀਕਰਮ ਨਹੀਂ ਹੋਇਆ। ਇੰਝ ਜਾਪਦਾ ਸੀ ਜਿਵੇਂ ਨੂਰਾਂ ਨੇ ਉਹਨੂੰ ਪਛਾਣਿਆ ਹੀ ਨਾ ਹੋਵੇ। ਡਰੀ ਤਾਂ ਹੈ ਹੀ ਸੀ, ਪਰ ਪ੍ਰਸੀਨੀ ਦੇ ਵਿਹਾਰ ਨੇ ਕਿਸੇ ਹੱਦ ਤੱਕ ਉਹਦਾ ਡਰ ਘਟਾ ਦਿੱਤਾ ਸੀ। ਉਹ ਸਹਿਵਨ ਹੀ ਸ਼ਿੰਗਾਰਾ ਸਿੰਘ ਨੂੰ ਬਿਨਾਂ ਬੋਲੇ ਸਲਾਮ ਕਰਕੇ ਦੂਜੇ ਕਮਰੇ ਚਲੀ ਗਈ। ਸ਼ਿੰਗਾਰਾ ਸਿੰਘ ਦੂਜੇ ਕਮਰੇ 'ਚ ਜਾ ਕੇ ਬੈਠ ਗਿਆ। ਭੈਣ ਭਣਵਈਏ ਦੇ ਨੇੜੇ ਬੈਠਣ ਤੋਂ ਬਾਅਦ ਸ਼ਿੰਗਾਰਾ ਸਿੰਘ ਅਸਲ ਮਕਸਦ ਵੱਲ ਆਉਂਦਿਆਂ ਜੋ ਵਿੱਢਿਆ ਸੀ ਸਾਰੇ ਕੁਝ ਬਾਰੇ ਕਹਿਣਾ ਚਾਹੁੰਦਾ ਸੀ, ਪਰ ਖੁੱਲ੍ਹ ਕੇ ਗੱਲ ਕਰਨੋਂ ਝਿਜਕਦਾ ਸੀ। ਘੁਮਾ ਫਿਰਾ ਕੇ ਦੱਸਦਾ ਉਹ ਆਪਣੀ ਮਿਹਨਤ ਦਾ ਮੁੱਲ ਵਸੂਲ ਕਰਨਾ ਚਾਹੁੰਦਾ ਸੀ, ਜੋ ਇਹ ਦੋਵੇਂ ਜੀਅ ਸਮਝ ਗਏ। ਪ੍ਰਸੀਨੀ ਉਹਦੀ ਗੱਲ ਸੁਣ ਕੇ ਦੂਜੇ ਕਮਰੇ 'ਚ ਚਲੀ ਗਈ। ਉਹ ਨਹੀਂ ਚਾਹੁੰਦੀ ਸੀ ਹਾਲ ਦੀ ਘੜੀ ਉਹਨਾਂ ਦੀ ਵਾਰਤਾਲਾਪ ਕੁੜੀ ਸੁਣੇ। ਨੂਰਾਂ ਮੋਟੇ ਪਾਵਿਆਂ ਵਾਲੇ ਮੰਜੇ 'ਤੇ ਲੇਟੀ ਸੀ। ਪ੍ਰਸੀਨੀ ਨੇ ਮੂੰਹ ਨਾਲ ਨੂਰਾਂ ਦੇ ਮੂੰਹ 'ਤੇ ਹੱਥ ਫੇਰਦਿਆਂ ਕਿਹਾ, ਮੇਰੀ ਧੀ ਆਰਾਮ ਕਰ ਲੈ, ਮੇਰਾ ਭਰਾ ਏ, ਕੋਈ ਓਪਰਾ ਨਹੀਂ, ਮੈਂ ਰੋਟੀ ਬਣਾਉਣੀ ਆ, ਫਿਰ ਇਕੱਠੇ ਖਾਵਾਂਗੇ। ਜਿਹਦਾ ਭਾਵ ਸੀ ਹੁਣ ਡਰਨਾ। ਬੀਬੀ ਅਜੇ ਮੈਨੂੰ ਭੁੱਖ ਨਹੀਂ। ਨੂਰਾਂ ਸ਼ਾਇਦ ਹਾਲੇ ਵੀ ਸਹਿਜ ਨਹੀਂ ਹੋਈ ਲੱਗਦੀ ਸੀ, ਪਰ ਪ੍ਰਸੀਨੀ ਨਾਲ ਥੋੜ੍ਹੀ ਖੁੱਲ੍ਹ ਗਈ ਸੀ। ਨੂਰਾਂ ਦੇ ਕਮਰੇ 'ਚੋਂ ਮੁੜਦਿਆਂ ਪ੍ਰਸੀਨੀ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਨੂਰਾਂ ਨੂੰ ਸ਼ਿੰਗਾਰੇ ਦਾ ਚਿਹਰਾ ਯਾਦ ਨਹੀਂ ਸੀ। ਇੱਕ ਚੰਗੀ ਗੱਲ ਸੀ। ਯਾਦ ਵੀ ਕਿਵੇਂ ਰਹਿੰਦਾ, ਕਾਫਲੇ 'ਤੇ ਹਮਲਾ ਕਰਨ ਵੇਲੇ ਸ਼ਿੰਗਾਰੇ ਤੇ ਉਹਦੇ ਸਾਥੀਆਂ ਨੇ ਮੂੰਹ ਬੱਧੇ ਹੋਏ ਸਨ। ਥੋੜ੍ਹੀ ਦੇਰ ਬਾਅਦ ਨੂਰਾਂ ਬੇਹੋਸ਼ ਹੋ ਗਈ ਸੀ ਤੇ ਘਰ ਵੀ ਹੋਸ਼ ਆਉਣ ਤੋਂ ਬਾਅਦ ਨੂਰਾਂ ਨੇ ਪ੍ਰਸੀਨੀ ਤੋਂ ਬਗੈਰ ਡਰਦਿਆਂ ਕਿਸੇ ਵੱਲ ਝਾਕਿਆ ਨਹੀਂ ਸੀ। ਬਸ ਅੱਥਰੂ ਵਹਾਉਂਦੀ ਤਰਲੇ ਲੈਂਦੀ ਰਹੀ। ਤਰਲੇ ਲੈਂਦੇ ਭਰਾ ਨੂੰ ਆਖਰ ਭੈਣ ਨੇ ਲੰਮੀ ਬਹਿਸ ਤੋਂ ਬਾਅਦ ਰਜ਼ਾਮੰਦ ਕਰ ਹੀ ਲਿਆ। ਵੇਖ ਵੀਰਾ, ਮੈਂ ਤੇਰਾ ਦੁੱਖ ਸਮਝਦੀ ਹਾਂ। ਘਰ ਜਨਾਨੀ ਨਾਲ ਹੀ ਹੁੰਦਾ, ਪਰ ਸਮਾਜ ਵਿੱਚ ਇੱਜ਼ਤ ਮਾਣ ਨਾਲ ਰਹਿਣ ਵਾਸਤੇ ਤੇਰਾ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣ ਬਾਰੇ ਸੋਚਣਾ ਕਿਸੇ ਵੀ ਹਾਲਤ 'ਚ ਠੀਕ ਨਹੀਂ। ਹਾਂ, ਇਹਦਾ ਵਿਆਹ ਆਪਣੇ ਸੁੱਖੇ ਨਾਲ ਹੋ ਜਾਏ ਤਾਂ ਮੈਨੂੰ ਕੋਈ ਉਜਰ ਨਹੀਂ। ਇਸ ਗੱਲਬਾਤ 'ਚ ਸੇਵਾ ਸਿੰਘ ਨੇ ਵਾਅਦਾ ਕੀਤਾ ਕਿ ਜਲਦੀ ਕੋਈ ਲੋੜਵੰਦ ਵਿਧਵਾ ਲੱਭ ਕੇ ਉਸ ਨਾਲ ਉਹਦੀ ਚਾਦਰ ਪਵਾ ਦੇਵੇਗਾ। ਕੁੜੀ ਹਾਲੇ ਸਦਮੇ 'ਚ ਹੈ। ਤੇਰੀ ਭੈਣ ਆਪੇ ਸਮਾਂ ਆਉਣ 'ਤੇ ਗੱਲ ਕਰੇਗੀ। ਸ਼ਿੰਗਾਰਾ ਸਿੰਘ ਚੋਪੜਿਆ ਮੂੰਹ ਲੈ ਕੇ ਆਇਆ ਸੀ, ਲਮਕਾ ਕੇ ਵਾਪਸ ਮੁੜ ਗਿਆ। ਸੁੱਖਾ ਆਪਣੇ ਕੰਮ 'ਤੇ ਚਲਾ ਗਿਆ। ਸ਼ਿੰਗਾਰਾ ਸਿੰਘ ਨੇ ਘਰ ਜਾ ਕੇ ਖੱਡੀ ਵਾਲੇ ਕਮਰੇ ਦਾ ਬੂਹਾ ਜਾ ਕੇ ਖੋਲ੍ਹਿਆ, ਪਰ ਉਸ ਦਿਨ ਕੰਮ ਕਰਨ ਨੂੰ ਉਹਦੀ ਵੱਡੀ ਰੂਹ ਨਾ ਕੀਤੀ। ਧੰਨਵਾਦ। ਚੱਲਦਾ।